अस्सलाम वालेकुम। वालेकुम अस्सलाम। खैर है मुंह तो 12 ਵਜੇ ਤੁਹਾਡੇ 12 कहने कहीं ना वजन ਹੋਇਆ ਹੀ ਇੰਜ। अच्छा ਕੀ ਹੋ ਗਿਆ ਤੁਹਾਡੇ ਨਾਲ? देख लो भाई, ਕਿਸੇ ਵੀ ਮਰਦ ਦੀ ਬੀਵੀ ਜਿਹੜੀ ਹੈ ਨਾ ਉਹਦੇ ਨਾਲ ਅਗਰ ਗਲਤ ਕਰਦੀ ਹੈ ਨਾ ਤਾਂ ਇਨਸਾਨ देख लो भाई, साबित नहीं रहता। बात तो सही है। गलत मतलब? हम लड़के हैं ना, हमारे साथ ऐसा ही होता मतलब 2009 में मेरी शादी होती है। अच्छा शादी जो है वो ठीक गुजरती है, अल्लाह ताला एक बेटा अता करते हैं। अच्छा ਵਿਆਹ ਜਿਹੜਾ ਹੈਗਾ ਸੀ ਉਹ ਤੁਹਾਡਾ ਲਵ ਮੈਰਿਜ ਕਿ ਅਰੇਂਜ? हाँ गुड क्वेश्चन। इंजी कह लो कि ਧੱਕੇ ਦੀ मैरिज सी। क्या बोला तूने? ਇਹ ਕਿਹੜੀ ਮੈਰਿਜ ਹੁੰਦੀ ਹੈ? ਧੱਕੇ ਦੀ ਮੈਰਿਜ ਇੰਜ ਸੀ। 2007 ਦੇ ਵਿੱਚ ਇਹੀ ਲੜਕੀ अच्छा ਮੈਨੂੰ ਸ਼ਾਹੀ ਕਿਲਾ ਦੇ ਵਿੱਚ ਮਿਲਦੀ, ਉਹਨੇ ਮੇਰਾ ਨੰਬਰ ਲੈ ਲਿਆ। ਇਹ ਬੀਬੀ ਨੇ ਮੈਨੂੰ 2009 ਦੇ ਵਿੱਚ ਮੈਨੂੰ ਫੋਨ ਕਰਦੀ ਏ। अच्छा ਅੱਜ ਵੀ ਮੈਨੂੰ ਯਾਦ ਹੈ। बात है सर। ਉਹ ਭੈੜਾ ਦਿਨ। क्या बोला तूने? एक पैड़ा दिन। ਹਾਂਜੀ ਉਹ ਭੈੜਾ ਦਿਨ ਨਹੀਂ ਮੇਰੇ ਵਾਸਤੇ ਭੈੜਾ। ਐਡਾ ਹੀ ਪੈੜਾ ਕੁਛ ਹੋ ਗਿਆ ਤੁਹਾਡੇ ਨਾਲ? ਫੋਨ ਕਰਦੀ ਐ ਇਸ ਤਰ੍ਹਾਂ ਮੇਰੀ ਮਾਂ ਨੇ ਮੈਨੂੰ ਮਾਰਿਆ, ਮੈਂ ਘਰੋਂ ਨਿਕਲ ਆਈ ਆ, ਇੰਜ ਓਏ ਮਾਂ ਮੇਰੀ ਸੁਤੇਲੀ ਏ। ਰੱਬੋਂ ਕੋਈ ਇਸ ਤਰ੍ਹਾਂ ਹੋ ਗਿਆ ਕਿ ਮੈਂ ਆਲਰੇਡੀ ਆ ਰਿਹਾ ਸੀ ਇੱਥੇ ਲਾਹੌਰ। अच्छा ਬੀਬੀ ਮੈਂ ਬਹੁਤ ਲੇਟ ਹੋ ਜਾਵਾਂਗਾ, ਸ਼ਾਮ ਦਾ ਟਾਈਮ ਰਾਤ ਹੋ ਜਾਏਗੀ ਤੇ ਤੂੰ ਘਰ ਚਲੀ ਜਾ। बात तो सही है। ਇਹਨੇ ਕਹਿੰਦੀ ਮੈਂ ਘਰ ਨਹੀਂ ਜਾ ਸਕਦੀ, ਮੈਂ ਮਰ ਜਾਵਾਂਗੀ, ਲੇਕਿਨ ਤੂੰ ਆ। ਸਟੇਸ਼ਨ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬੱਚੀ ਸਾਡੀ ਇੱਥੇ ਪੜ੍ਹਦੀ ਏ, ਤੁਸੀਂ ਇਹਨਾਂ ਨੂੰ ਰੂਮ ਦੇ ਦਿਓ, ਅਸੀਂ ਲੇਟ ਆ, ਲੈਣ ਆ ਰਹੇ ਆ ਗਿਆ। ਮੈਂ 6:30 ਵਜੇ ਦਾ ਟਾਈਮ ਸੀ, ਉਹਨੂੰ ਬੜਾ ਸਮਝਾਇਆ ਤੇਰੇ ਘਰ ਛੱਡ ਕੇ ਆਨੇ ਆ, क्या बात है ਕਿਸੇ सर। ਵੱਡੇ ਨੂੰ ਨਾਲ ਲੈ ਜਾਂਦੇ ਆ, बात तो सही है। ਤੈਨੂੰ ਕੋਈ ਕੁਝ ਨਹੀਂ ਕਹੇਗਾ, ਘਰ ਚਲੀ ਜਾ। अच्छा ਕਹਿੰਦੀ ਨਹੀਂ ਮਰ ਜਾਣਾ, ਘਰ ਨਹੀਂ ਜਾਣਾ। ਮੈਂ ਉਹਨੂੰ ਸਿੱਧਾ ਮੰਡੀ ਵਾਲਦੀਨ ਲੈ ਗਿਆ तू समझा। ਆਪਣੇ ਭੈਣ ਭਾਈਆਂ ਦੇ ਵਿੱਚ। ਮੈਂ ਜਾ ਕੇ ਉਹਨਾਂ ਨੂੰ ਸਿੱਧੀ ਗੱਲ ਅੱਗੇ ਦੱਸੀ, ਮੈਂ ਕਿਹਾ ਮਾਂ ਜੀ ਇਹ ਗੱਲ ਏ, ਇਸ ਤਰ੍ਹਾਂ ਇਹ ਗੱਲ ਏ। ਇਹਨੂੰ ਉਹਨਾਂ ਬੜਾ ਪੁੱਛਿਆ, ਇਹਨੇ ਕਿਹਾ ਨਹੀਂ ਮੈਂ ਨਹੀਂ ਜਾਣਾ। ਇਹਨੇ ਵਿਖਾਇਆ ਮੇਰੀ ਮਾਂ ਨੇ ਮੈਨੂੰ ਮਾਰਿਆ। ਬੀਬੀਆਂ ਨੂੰ ਵੇਖ ਸਕਦੀਆਂ ਨੇ ਤੇ ਘਰ ਦਾ ਨਹੀਂ ਦੱਸਦੀ। ਪੁੱਤਰ ਕੀ ਕਰਨਾ? ਮੈਂ ਹੈ ਜੀ ਜੋ ਦਿਲੇ ਕਰੋ। ਉਹ ਕਹਿੰਦੀ ਜਿਹਦੇ ਨਾਲ ਆਈਆਂ ਉਹਦੇ ਨਾਲ ਕਰ ਦਿਓ, ਮੈਨੂੰ ਪਸੰਦ तू समझा। ਵਰਨਾ ਮੈਨੂੰ ਦਾਰੁਲ ਮਾਨ ਛੱਡ ਆਓ। ਇਸ ਔਰਤ ਨਾਲ ਸ਼ਾਦੀ ਹੋ ਗਈ ਅਲਹਮਦੁਲਿਲਾ। ਅੱਲਾਹ ਤਾਲਾ ਨੇ ਅੱਜ ਹੋਰ ਕੱਲ ਹੋਰ ਅੱਲਾਹ ਨੇ ਬੇਟਾ ਵੀ ਦਿੱਤਾ, ਕਾਰੋਬਾਰ ਵੀ ਵਸੀ ਹੋ ਗਿਆ, ਦੁਨੀਆ ਦੀ ਹਰ ਚੀਜ਼ ਮਿਲੀ। ਅੱਲਾਹ ਜਾਣਦਾ ਮੈਂ ਆਪਣੇ ਰਿਸ਼ਤੇ ਨਾਲ ਲਾਇਲ ਸੀ ਅੱਜ ਤੱਕ। क्या बात है सर। तकरीबन कुछ अरसा पहले मैं चला गया सी बाहर। मेरे बेटा मनु दसदा है कि बाबा आप यहाँ पे थे, ये माँ तब की सही नहीं है। लोग घर आते थे, आप काम पे चले जाते थे, पहले फलां चाचू आता था, मेरा रिश्तेदार है वो। हाँ जी, मैं बिल्कुल भी शर्म महसूस नहीं। ਉਹਨੇ ਆਪਣੇ ਤੁਹਾਡੇ ਰਿਸ਼ਤੇਦਾਰਾਂ ਨੂੰ ਹੱਥਾਂ ਤੇ ਪਾ 2015 ਮੇਰੇ ਘਰ ਡਕੈਤੀ ਹੋਈ। ਬੱਚਾ ਮੇਰਾ 4 ਸਾਲ ਦਾ। ਡਕੈਤਾਂ ਨੇ ਮਤਲਬ ਬੇਜ਼ਨਾਬਿਲ ਜਬਰ ਕੀਤਾ, ਗਰਦਨ ਤੇ ਛੁਰੀ ਰੱਖ ਕੇ ਬੱਚੇ ਨੂੰ ਮਾਰਿਆ। कुछ भी ਬਹੁਤ ਜ਼ਿਆਦਾ ਵਾਇਰਲ ਵੀ ਹੋਈ ਗੱਲ। ਮੈਂ ਫਿਰ ਵੀ ਉਹਨੂੰ ਅਪਣਾਇਆ। ਮੇਰੇ ਰਿਸ਼ਤੇਦਾਰਾਂ ਨੇ ਬਹੁਤ ਕਿਹਾ ਕਿ ਇੰਜ ਇਹਦੇ ਫੈਸ਼ਨਾਂ ਤੂੰ ਇਹਦੇ ਅੰਦਰ ਬਾਹਰ ਆਣ ਜਾਣ ਤੂੰ ਇਹ ਮਸਲੇ ਬਣ ਗਏ ਨੇ। ਮੈਂ ਕਿਹਾ ਨਹੀਂ, ਕਿਸੇ ਦੀ ਬੇਟੀ ਏ, ਗਲਤ ਗੱਲ ਨਹੀਂ ਕਰਨੀ। ਮੇਰੀਆਂ ਵੀ 5 ਭੈਣਾਂ ਨੇ ਕਿ ਅਗਰ ਇਹ ਵਾਕਈ ਜ਼ੁਲਮ ਹੈ ਤੇ ਇਹਦਾ ਮੈਨੂੰ ਇਨਸਾਫ ਚਾਹੀਦਾ। ਮੁਕੱਦਮਾ ਦਰਜ ਕੀਤਾ, ਇਨਕੁਆਇਰੀਆਂ ਸ਼ੁਰੂ ਹੋ ਗਈਆਂ, ਅਪਰੂਵਡ ਹੋ ਗਿਆ। ਪੁਲਿਸ ਵਾਲੇ ਨੇ ਵੀ ਮੈਨੂੰ ਕਿਹਾ ਯਾਰ ਤੂੰ ਸਾਬਤ ਕਦਮ ਰਹੀ, ਤੇਰਾ ਕੇਸ ਓਰੀਜਨਲ ਹੈ, ਬੀਬੀ ਬੇਗੁਨਾਹ ਹੈ, ਬੇਕਸੂਰ ਹੈ, ਇਹਦੇ ਨਾਲ ਕੋਈ ਐਂਕੀ ਫੈਂਕੀ ਨਾ ਹੋਏ। ਮੁਲਜ਼ਮ ਪਾਰਟੀ ਮੇਰੇ ਕੋਲ ਮੁਜਰਮ ਪਾਰਟੀ ਆਂਦੀ, ਮੈਨੂੰ ਕਹਿੰਦੇ ਨੇ ਕਦੇ ਕਰੋੜ ਦੀ ਆਫਰ, ਕਦੇ 50 ਲੱਖ ਦੀ, ਯਾਨੀ 20-25 ਲੱਖ ਤੋਂ ਸ਼ੁਰੂ ਹੋ ਗਏ ਕਰੋੜ ਤੱਕ। ਮੈਂ ਪੈਸੇ ਲਾ ਦਾਂਗਾ, ਤੁਸੀਂ ਮੈਨੂੰ ਰਿਸ਼ਤਾ ਦੇ ਦਿਓ, ਮੇਰੇ ਕੋਲ ਨਗਦ ਹੋਰ ਲੈ ਲਓ। ਮੇਰੇ ਕੋਲ ਪ੍ਰੂਫ ਮੌਜੂਦ ਨੇ क्या बात है सर। ਕਿ ਮੈਂ ਹੁਣ ਤੱਕ ਇੱਕ ਬੰਦਾ 25 ਸਾਲ ਵਾਸਤੇ ਅੰਦਰ ਕਰਾ ਦਿੱਤਾ। ਇਸ ਬੀਬੀ ਦੇ ਮੇਰੇ ਰਿਸ਼ਤੇਦਾਰਾਂ ਦੇ ਵਿੱਚ ਬੰਦਾ ਹੈ, ਉਹਦੇ FIR ਦੇ ਵਿੱਚ ਜਾਂ ਮੁਕੱਦਮੇ ਦੇ ਵਿੱਚ ਕਹਿ ਲਓ ਕਿ ਗਵਾਹੀ ਵੀ ਉਸ ਬੰਦੇ ਦੀ। ਮੇਰੇ ਘਰ ਵੀ ਉਹਦਾ ਅਣਜਾਣ ਸੀ ਕਿਉਂਕਿ ਰਿਸ਼ਤੇਦਾਰ ਸੀ, ਮੈਨੂੰ ਤਾਂ ਪਤਾ ਨਹੀਂ ਸੀ। ਬੱਚੇ ਨੇ ਤਸਦੀਕ ਕੀਤੀ, ਕਹਿੰਦਾ ਮਾਂ ਉਹਦੇ ਨਾਲ ਵੀ ਗਲਤ ਹੈ। ਮੈਂ ਉਹਨੂੰ ਫਿਜ਼ੀਕਲੀ ਵੇਖਿਆ ਔਰ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਮਾਰਿਆ, ਟੌਰਚਰ ਕੀਤਾ। ਤੂੰ ਬਾਪ ਨੂੰ ਦੱਸਿਆ ਅਸੀਂ ਤੈਨੂੰ ਮਾਰ ਦਿਆਂਗੇ, ਤੈਨੂੰ ਇੰਜ ਕਰਾਂਗੇ, ਉਹ ਕਰਾਂਗੇ, ਠੀਕ ਹੈ। ਫਿਰ ਮੈਨੂੰ ਬਾਬਾ ਗੋਲੀਆਂ ਦੇਣਾ ਸ਼ੁਰੂ ਹੋ ਗਏ। ਉਸ ਬੰਦੇ ਨੂੰ ਇਹ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਸ਼ਾਦੀ ਕਰ। ਉਹਨੇ ਕਿਹਾ ਮੈਂ ਸ਼ਾਦੀ ਨਹੀਂ ਕਰਨੀ। ਵਜ੍ਹਾ ਕੀ ਸੀ? ਇਸ ਬੀਬੀ ਦੇ ਵਾਲਦ ਦੇ ਪੀਰ ਨੇ ਵਾਦਤ ਰੋਡ ਤੇ ਹਜ਼ਰਤ ख्वाजा ਨੂਰ ਮੁਹੰਮਦ ਚਿਸ਼ਤੀ, ਉਹਨਾਂ ਨੂੰ ਸਾਰਾ ਪਤਾ ਸੀ ਇਹਦਾ ਇਹ ਕੀ ਕਰਦੀ ਏ, ਕਿੱਥੇ ਜਾ ਰਹੀ ਏ, ਕੀ ਕਰ ਰਹੀ ਏ। ਨਾ ਇਹਨਾਂ ਨੇ ਮੈਨੂੰ ਜ਼ਾਲਮਾਂ ਨੇ ਦੱਸਿਆ ਕਿ ਤੇਰੀ ਔਰਤ ਠੀਕ ਨਹੀਂ। देख लो भाई। ਨਾ ਇਹਨਾਂ ਜ਼ਾਲਮਾਂ ਨੇ ਉਹਦੇ ਬਾਪ ਨੂੰ, ਉਹਦੀ ਮਾਂ ਨੂੰ ਦੱਸਿਆ ਕਿ ਔਰਤ ਠੀਕ ਨਹੀਂ। ਇਹਦਾ ਪਿੱਛਾ ਕਰੋ, ਆਪਣੀ ਬੇਟੀ ਦਾ ਘਰ ਬਚਾਓ। ਬੱਚੇ ਨੂੰ ਪਤਾ ਸੀ। ਬੱਚਾ ਮੈਨੂੰ ਕਹਿੰਦਾ ਸੀ ਬਾਬਾ मैंने आपसे बात करनी है। मैंने कहना बेटा करो, चलो भाई। बाहर जाके साइकिल ले दें, यही बात। मतलब कि उसको टॉर्चर किया हुआ था? टॉर्चर किया हुआ था, बता नहीं रहा। मैं वापस चला गया, मैंने बच्चे का फोन आंदा है, बाबा आप जल्दी से घर आ जाएं। मैंने कहा बेटे क्या बात है, आपको फोन कर रहा हूँ, आपने घर फोन नहीं करना, मैंने आपको फोन किया। तो मैंने कहा मसला क्या, मुझे मसला बताओगे तो आऊंगा। कहता है बाबा मामा ठीक नहीं है। देख लो भाई। मैं क्या की मतलब मामा ठीक नहीं है? मैं तो समझा बीमार है। बात तो सही है। कहता नहीं बाबा वो वाली नहीं, हमारे घर आदमी आते हैं और मैंने मामा को फिजिकली देखा है। पहले चाचू के साथ देखा था, बाद में उसने कहा जी लेबॉर्टरी वाला अंकल आता है,
उसको भी मैंने देखा है फिजिकली। मारो मुझे मारो। अब वो मुझे टॉर्चर करते हैं, मुझे मारते हैं, समझ रहे हो? और इन्होंने अंदर बंद करके मुझे दोनों ने बहुत ज्यादा मारा। मुझे इतना मारा कि मोहल्ले वाले डोर नॉक कर रहे थे, ये दरवाजा नहीं खोल रही थी कि अंदर ये भी है। कुछ भी ठीक है, और वो क्या कहेंगे? देख लो भाई। तो मैंने इनसे प्रॉमिस किया मैं नहीं बताऊंगा। अब ये मुझे समझ रहे हो? गोलियां देना शुरू हो गए हैं, पता नहीं क्या, नींद की? पता नहीं कहता दूध में मिला के देती हैं, येलो कलर की गोलियां। आप आएंगे मैं आपको दिखा दूंगा, लेकिन आपने फोन नहीं करना, आप जल्दी से आ जाए। मैं कहा बेटे तू ਕਿਸੇ ਨੂੰ ਇਹ ਗੱਲ ਦੱਸੀ ਤੇ ਨਹੀਂ? ਕਹਿੰਦਾ ਨਹੀਂ ਬਾਬਾ ਮੈਂ ਇਹਨਾਂ ਨੂੰ ਵੇਖ ਰਿਹਾ ਸੀ ਤੇ मैं पानी पीन उठा ਜਦੋਂ चला गया। ਤੇ ਮੈਨੂੰ मां कहती तू किस टाइम ਦਾ उठा है? मैं कहा अम्मी जान आपके सामने ही अभी उठा हूं, मैंने पानी पीना है। तो मेरे बालों से पकड़ के मुझे झून के कहती हैं कब के उठे हुए हो, सच्ची बताओ मैं मारूंगी। तो उसने मुझे कुछ नहीं कहा। मैंने कहा बेटा किसी ਨੂੰ नहीं गल दसनी। मैं आ गया। ਮੇਰੇ ਆਉਣ ਤੋਂ ਪਹਿਲੇ ਸੋਰੀ ਮੈਂ ਤੇ ਪੀਰਾਂ ਤੇ ਇਤਬਾਰ ਕਰਕੇ ਫੋਨ ਕੀਤਾ। ਮੈਂ ਕਿਹਾ ਉਹਨੇ ਆਇਆ ਕੀਤਾ ਕਿਉਂਕਿ ਇਹਨੂੰ ਘਰ ਦੇ ਘਰ ਨਹੀਂ ਸੀ ਵੜਨ ਦਿੰਦੇ। समझ रहे हो? ਇਹਨਾਂ ਨੇ 12 ਸਾਲ ਘਰ ਨਹੀਂ ਵੜਨ ਦਿੱਤੀ ਆਪਣੀ ਧੀ ਇਹ ਸ਼ਾਦੀ ਦੀ ਵਜ੍ਹਾ ਤੋਂ। देख लो भाई। ਔਰ ਇਸ ਔਰਤ ਨੇ ਧੱਕੇ ਦੀ ਸ਼ਾਦੀ ਤਾਂ ਕਿਹਾ, ਸ਼ਾਇਦ ਮੈਂ ਲਵ ਮੈਰਿਜ ਵੀ ਕਹਿ ਦਿੰਦਾ। ਪਹਿਲੀ ਰਾਤ ਨੂੰ ਇਹਨੇ ਕਿਹਾ ਮੈਂ ਤੇਰੇ ਨਾਲ ਸੱਚ ਬੋਲਣਾ ਚਾਹਨੀ ਆ, ਮੈਂ ਕਿਸੇ ਹੋਰ ਵਾਸਤੇ ਆਈ ਸੀ। ਉਸ ਕੰਜਰ ਨੇ ਫੋਨ ਬੰਦ ਕਰਤਾ। ओ भाई मारो मुझे मारो मारो। ਹਾਂ ਫੋਨ ਬੰਦ ਕਰਤਾ। ਫੋਨ ਮੇਰੇ ਬਾਲ ਸਫੈਦ ਹੋ ਗਏ ਨੇ। 16 ਸਾਲ ਮੇਰੀ ਸ਼ਾਦੀ ਚੱਲੀ, ਤੁਸੀਂ 1 ਸੈਕਿੰਡ ਦੇ ਵਿੱਚ ਗੱਲ ਸੁਣ ਕੇ ਹੱਸ ਦਿੱਤਾ ਹੈ। ਮਤਲਬ ਕਿ ਇਹਨਾਂ ਨੌਜਵਾਨਾਂ ਨੂੰ ਸਬਕ ਹੈ समझ रहे हो? ਮੇਰੀ ਇਸ ਗੱਲ ਦੇ ਉੱਤੋਂ। ਫਸਟ ਨਾਈਟ ਔਰਤ ਕਹਿ ਰਹੀ ਜੀ ਕਿ ਮੈਂ ਕਿਸੇ ਹੋਰ ਵਾਸਤੇ ਆਈ ਸੀ कुछ भी ਤੇ ਉਹਨੇ ਫੋਨ ਨੰਬਰ ਬੰਦ ਕਰ ਮੈਂ ਤੁਹਾਡੇ ਨਾਲ ਨਿਕਾਹ ਕਰ ਲੇਕਿਨ ਇਹ ਕੁਰਾਨ ਹੈ। चलो भाई। ਮੈਂ ਜੋ ਕੁਝ ਵੀ ਹਾਂ ਹੁਣ ਸਾਫ। तू समझा। ਇਹਦੇ ਤੇ ਯਕੀਨ ਕਰੋ, ਖੁਦਾ ਵਾਸਤੇ ਮੈਨੂੰ ਮਾਫ ਕਰ। ਮੈਂ ਤੇ ਦੋ ਦਲੀਲਾ ਹੋ ਗਿਆ। ਮੈਂ ਕਿਹਾ ਰੱਬਾ ਇਹ ਮੇਰੇ ਗੱਲ ਕੀ ਪੈ ਗਿਆ। ਲੇਕਿਨ ਉਹ ਕੁਰਾਨ ਦੇ ਉੱਤੇ ਫਿਰ ਮੈਂ ਯਕੀਨ ਕਰ ਲਿਆ। ਕਹਿੰਦੀ ਮਾਂ ਨੇ ਮੈਨੂੰ ਤਾਂ ਮਾਰਿਆ ਸੀ, ਮਾਂ ਨੇ ਮੈਨੂੰ ਪਤਾ ਲੱਗ ਗਿਆ ਸੀ ਕਿ ਇਹਦੇ ਨਾਲ ਫਿਜ਼ੀਕਲੀ ਰਿਲੇਸ਼ਨ, ਮੈਂ ਤਾਂ ਘਰੋਂ ਨਿਕਲੀ। ਯਾਨੀ ਕਿ ਉਹਨੇ ਮੇਰੇ ਤੇ ਐਡਾ ਵੱਡਾ ਪਾੜ ਸਟਿਆ। 16 ਸਾਲ ਸ਼ਾਦੀ ਚੱਲ ਗਈ, ਅੱਗੋਂ ਉਹਨੇ ਮੇਰੇ ਨਾਲ ਇਹ ਧੋਖਾ ਕੀਤਾ। समझ रहे हो? ਠੀਕ ਹੈ, ਬੱਚੇ ਨੇ ਮੈਨੂੰ ਬੁਲਾ ਲਿਆ, ਮੈਂ ਬਾਹਰ ਛੱਡ ਕੇ ਘਰ ਆ ਗਿਆ ਵਾਪਸ। ਉਤਰਿਆ ਕਰਾਚੀ, ਫਸਟ ਸਟੇ ਮੇਰਾ ਕਰਾਚੀ ਸੀ। ਮੈਂ ਬੱਚੇ ਨੂੰ ਫੌਰਨ ਫੋਨ ਕੀਤਾ। ਉਹਨੇ ਕਿਹਾ ਬਾਬਾ ਮੈਂ ਘਰ ਵਿੱਚ ਹੀ ਆ ਤੇ ਉਹ ਲੈ ਗਏ ਨੇ ਉਹਨੂੰ। ਮੈਂ ਬਜਾਏ ਉਧਰ ਜਾਣ ਦੇ ਮੈਂ ਵੱਧ ਰੋੜ ਆਇਆ, ਸਿੱਧਾ ਵੱਧ ਰੋੜ ਆਇਆ। ਇਹਨਾਂ ਮੇਰੇ ਨਾਲ ਕੋਈ ਸਿੱਧੀ ਗੱਲ ਨਹੀਂ ਕੀਤੀ, ਬਿਠਾਇਆ, ਪਾਣੀ ਸ਼ਾਨੀ ਪਿਲਾਇਆ। ਪੀਰ ਮੈਨੂੰ ਕਹਿੰਦਾ ਤੇਰੇ ਕਾਬਲ ਨਹੀਂ ਜੀ। ਮੈਂ ਕਿਹਾ ਜੀ ਕਿਸ ਤਰ੍ਹਾਂ ਮੇਰੇ ਕਾਬਲ ਨਹੀਂ ਹੈ? ਬਸ ਯਾਰ ਤੈਨੂੰ ਸਮਝਾ ਦਿੱਤਾ। कुछ भी ਮੈਂ ਕਿਹਾ ਮੈਨੂੰ ਵੀ ਤਾਂ ਕੋਈ ਗੱਲ। ਪੀਰ ਕੀ ਲੱਗਦਾ ਸੀ? ਪੀਰ ਹੀ ਲੱਗਦਾ ਸੀ, ਉਹਨੂੰ ਪਤਾ ਹੋਏ ਪੀਰ ਕੀ ਲੱਗਦਾ। ਪਿਓ ਤਾਂ ਨਹੀਂ ਸੀ? ਪਿਓ ਨਹੀਂ ਸੀ ਨਾ, ਮਾਂ ਬਾਪ ਨੂੰ ਪਤਾ ਹੀ ਨਹੀਂ ਕੁੜੀ ਆ ਗਈ ਏ, ਕਿਸ ਚੱਕਰ ਚ ਆਈ ਏ, ਕੀ ਕਰਕੇ ਆਈ ਏ ਪਿੱਛੇ। ਮਾਂ ਪਿਓ ਭੋਲੇ ਭਾਲੇ ਤੇ। ਉਸ ਟਾਈਮ ਤੱਕ ਕੋਈ ਪਤਾ ਨਹੀਂ ਸੀ। ਵੱਲਾ ਅੱਲਾ ਜਾਣਦਾ, ਵੱਲਾ ਆਲਮ ਅੱਲਾ ਜਾਣਦਾ ਕਿ ਉਹਦੀ ਮਾਂ ਨੂੰ ਪਤਾ ਹੋਏ ਤੇ ਹੋਏ। ਮੈਨੂੰ ਕੋਈ ਗੱਲ ਨਹੀਂ ਦੱਸੀ। ਮੈਂ ਰੋਂਦਾ ਕੁਰਲਾਂਦਾ ਆਪਣੀ ਇੱਜ਼ਤ ਨੂੰ ਕੋਸਦਾ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੇਰਾ ਘਰ ਬਾਜੇ। ਛੋਟੀ ਜੀ ਬੱਚੀ, ਮਾਸੂਮ 8 ਸਾਲ ਦੀ ਬੱਚੀ ਏ। ਉਹਨਾਂ ਬੱਚਿਆਂ ਦੀ ਖਾਤਰ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਬੱਚੇ ਨੇ ਦੱਸਤਾ ਪਿੱਛੇ ਘਰੋਂ ਗਵਾਹੀ ਲੱਭ ਗਈ, ਪਿੱਛੇ ਕੀ ਰਹਿ ਗਿਆ। देख लो भाई। 2 ਮਹੀਨੇ ਤੋਂ ਬਾਅਦ ਇਹ ਪੀਰਾਂ ਨੇ ਉਹਨਾਂ ਨੂੰ ਦਿੱਤਾ ਵਕੀਲ। अच्छा ਇਹਨਾਂ ਨੇ ਖੁਲਾ ਦਾਇਰ ਕਰ ਦਿੱਤੀ। ਐਂਡ ਹਾਲੇ ਨਾ ਮੇਰੇ ਕੱਲੇ ਕੋਲੋਂ ਸਟਾਮ ਕਰਾ ਕੇ ਮੇਰੇ ਨਾਲ ਟੋਰ ਦਿੱਤੀ ਇਹਦੇ ਬਾਪ ਨੇ। ਸਟਾਮ ਕਿਸ ਚੀਜ਼ ਦਾ ਸੀ? 15,000 ਰੁਪਇਆ ਮਹੀਨਾ ਦੇਣਾ ਹੈ ਤੇ ਘਰ ਟਾਈਮ ਨਾਲ ਆਣਾ ਹੈ। ਤੇ ਜੇ ਬਾਹਰ ਜਾਣਾ ਤੇ ਇਹਨਾਂ ਦਾ ਜ਼ਿੰਮੇਦਾਰ ਕੌਣ ਹੋਏਗਾ? ਕਿ ਉਹ ਬੱਚੇ ਮਿੱਟੀ ਖਾਂਦੇ ਸੀ? ਉਹ ਬਸ ਮਿੱਟੀ ਖਾਂਦੇ ਸੀ, ਉਹ ਮਿੱਟੀ ਵਾਲੇ ਬਣ ਰਹੇ ਸੀ। ਹਾਂ ਮਿੱਟੀ ਖਾਂਦੇ ਨਹੀਂ ਸੀ, ਉਹ ਜ਼ਰੂਰਤ ਤੋਂ ਜ਼ਿਆਦਾ ਹੁਸ਼ਿਆਰ ਨੇ। ਤੁਹਾਡੇ ਵੀ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਏਗੀ। ਬੀਬੀ ਨੇ ਕੀ ਕਾਰਵਾਈ ਪਾਈ ਹੈ, ਸਾਰੇ ਰਲੇ ਨੇ। ਉੱਥੋਂ ਕਿਸੇ ਚੀਜ਼ ਦੀ ਮੈਂ ਕਮੀ ਨਹੀਂ ਆਉਣ ਦਿੱਤੀ। ਆਨ ਦਾ ਕੈਮਰਾ ਮੈਂ ਕਹਿ ਰਿਹਾ, ਮੇਰਾ ਮਕਾਨ ਕਿਰਾਏ ਦਾ ਸੀ, ਮੈਂ ਏਸੀ ਤੱਕ ਘਰ ਲਾ ਕੇ ਦਿੱਤੇ ਸਨ। ਜਾਣ ਤੋਂ ਬਾਅਦ ਔਰਤ ਨੇ ਕੀ ਕੀਤਾ, ਕਦੇ ਮੋਬਾਈਲ ਆ ਰਿਹਾ, ਕਦੇ ਸੂਟ ਦੇ ਕੇ ਆ ਰਹੀ ਹੈ ਉਹਨੂੰ। ਬਾਹਰ ਗਲੀਆਂ ਦੇ ਵਿੱਚ ਬੰਦੇ ਮੈਨੂੰ ਦੱਸ ਰਹੇ ਨੇ। समझ रहे हो? ਮੈਂ ਫਿਰ ਵੀ ਅਨਸੁਣੀ ਕਰ ਦਿੱਤੀ। ਮੈਂ ਕਿਹਾ ਕੋਈ ਗੱਲ ਨਹੀਂ, ਸਮਝਾਣਾ ਸਮਝ ਜਾਏਗੀ। ਫਿਰ ਇਹਨੇ ਘਟੀਆ ਹਰਕਤ ਕੀਤੀ। 6 ਤੋਲੇ ਜ਼ੇਵਰ ਮੈਂ ਬਾਹਰੋਂ ਲੈ ਕੇ ਆਇਆ ਸੀ, ਇਹਦੇ ਵਾਸਤੇ ਸੀ। 5 ਲੱਖ ਰੁਪਇਆ ਕੈਸ਼ ਯੂਰੋ ਸੀ। ਇਹਨੇ ਚੁੱਕ ਕੇ ਉਹ ਆਪਣੇ ਸਾਡੇ ਘਰ ਤੋਂ ਚੌਥੀ ਪੰਜਵੀਂ ਗਲੀ ਉੱਥੇ ਜਾ ਕੇ ਦਿੱਤਾ। ਔਰ ਵੇਖੋ ਉਹ ਫਿਰ ਉਹ ਬੱਚਾ ਉੱਥੇ ਟਿਊਸ਼ਨ ਪੜ੍ਹਦਾ ਸੀ, ਉਸ ਗਲੀ 'ਚ ਬਾਹਰ ਨਿਕਲਿਆ ਨਮਾਜ਼ ਦੇ ਟਾਈਮ ਤੇ। ਇਹ ਜਾ ਰਹੀ ਸੀ, ਉਹ ਨਿਕਲ ਰਿਹਾ ਸੀ। ਉਹਨੇ ਵੇਖਿਆ ਮਾਂ ਛਾਪਰ ਫੜਿਆ, ਕਿੱਧਰ ਜਾ ਰਹੀ। ਇਹਨੇ ਜਾ ਕੇ ਵੇਖਿਆ, ਉਹਦੇ ਨਾਲ ਸਲਾਮ ਸਲੂਮ ਲੈ ਕੇ ਉਹਨੂੰ ਛਾਪਰ ਦਿੱਤਾ, ਉਹ ਨਿਕਲ ਗਿਆ। ਬੱਚੇ ਨੇ ਮੈਨੂੰ ਦੱਸ ਦਿੱਤਾ, ਮੈਂ ਗੱਲ ਨਹੀਂ ਕੀਤੀ। देख लो भाई। ਇਹ ਮਾਂ ਨੂੰ ਕਦੇ ਕਹਿੰਦੀਆਂ ਨੇ ਟੋਕਾ ਛੁਰੀ ਰੱਖਿਆ ਘਰ ਮੈਨੂੰ ਮਾਰਨ ਵਾਸਤੇ। ਉਹ ਮੈਂ ਤੇ ਤੈਨੂੰ ਨਹੀਂ ਮਾਰਿਆ, ਮੈਂ ਤੇ ਤੇਰਾ ਵਾਲ ਵੀ ਨਹੀਂ ਪਟਿਆ। ਉਹ ਤੂੰ ਮੇਰੀ ਧੀ ਨੂੰ ਮਾਰਿਆ ਨਾ देख लो भाई। ਤੇ ਮੈਂ ਮੰਡੀ ਬਹਾਲ ਦੀ ਨਾ ਕਿ ਤੇਰੇ ਗਲੇ 'ਚ ਫੰਦਾ ਪਾ ਕੇ ਮੈਂ ਤੈਨੂੰ ਖੰਭੇ ਨਾਲ ਲਟਕਾਵਾਂਗੀ। ਉਹ ਬੀਬੀ ਕੱਲੀ ਆਈ ਮੰਡੀ ਬਹਾਲ ਦੀ, ਮੇਰੀ ਇੱਜ਼ਤ ਦਾ ਜਨਾਜ਼ਾ ਖੂਬ ਕੱਢ ਕੇ ਗਈ। ਹਾਂਜੀ ਉਹਦੀ ਮਾਂ? ਉਹਦੀ ਮਾਂ ਮੇਰੇ ਮੂੰਹ ਤੇ ਥੱਪੜ ਤੱਕ ਮਾਰੇ। ਅੰਮੀ ਜੀ ਕੋਈ ਨਹੀਂ, ਅੰਮੀ ਜੀ ਮਿਹਰਬਾਨੀ, ਮੇਰਾ ਘਰ ਖਰਾਬ ਹੋ ਜਾਏਗਾ। ਅੰਮੀ ਬੱਚਿਆਂ ਵੱਲ ਵੇਖੋ। ਮੈਂ ਇਹੀ ਗੱਲ ਕਰਦਾ।
ਇਹੀ ਗੱਲ ਕਰਦਾ ਰਿਹਾ, ਮੇਰਾ ਮਹੱਲਾ ਪੂਰਾ ਇਸ ਚੀਜ਼ ਦੀ ਗਵਾਹੀ ਦੇਗਾ। ਨਹੀਂ ਜਦੋਂ ਤੁਹਾਨੂੰ ਐਡੇ ਪ੍ਰੂਫ ਮਿਲ ਗਏਗੇ ਤੁਸੀਂ ਛੱਡ ਦਿੰਦੇ, ਤੁਸੀਂ ਕਿਉਂ ਉਹਨੂੰ ਨਹੀਂ ਵਾਪਸ? ਛੱਡਣਾ ਚਾਹੁੰਦਾ, ਮੈਂ ਬੱਚਿਆਂ ਦੀ ਖਾਤਰ ਨਹੀਂ ਸੀ ਛੱਡਣਾ ਚਾਹੁੰਦਾ। ਇਹ ਆਈ ਬੱਚਿਆਂ ਨੂੰ ਛੁੱਟੀਆਂ ਹੋਈਆਂ, ਕਹਿੰਦੀ ਘਰ ਜਾਣਾ ਮੈਂ। ਇਹਦੇ ਭਾਈ ਨੇ ਕਿਹਾ ਇਹਨੂੰ ਆਣ ਦਿਓ, ਇਹਨੂੰ ਸਮਝਾ ਬੁਝਾ ਕੇ ਟੋਰਾਂਗੇ। ਭਾਈ ਅਸੀਂ ਕੋਈ ਐਸੇ ਬੰਦੇ ਨਹੀਂ, ਕੋਈ ਵੀ ਨਹੀਂ ਚਾਹੁੰਦਾ ਕਿ ਆਪਣੀ ਧੀ ਭੈਣ ਨੂੰ ਘਰ ਬਾਏ। ਮੈਂ ਟੋਰ ਦਿੱਤਾ। 4 ਤਰੀਕ ਨੂੰ ਇਹਨਾਂ ਖੁੱਲਾ ਦਾਇਰ ਕਰ ਦਿੱਤੀ। 5 ਤਰੀਕ ਨੂੰ ਮੈਂ ਉੱਥੋਂ ਆਣ ਲਗਾ ਤੇ ਉਹਦੇ ਯਾਰ ਨੇ ਜਨਾਬ ਮੇਰਾ ਐਕਸੀਡੈਂਟ ਕੀਤਾ, ਔਰ ਉਹਨੂੰ ਪਤਾ ਸਾਹਮਣੇ ਲੜਕੀਆਂ ਸੀ ਜਿਨ੍ਹਾਂ ਨਾਲ ਉਹਨਾਂ ਨੂੰ ਮਿਲਣ। ਤੇਰੇ ਯਾਰ ਨੇ ਤੁਹਾਡਾ ਐਕਸੀਡੈਂਟ? ਹਾਂਜੀ, ਉਸ ਬੰਦੇ ਨੇ ਪੂਰੀ ਮੇਰੀ ਰੈਕੀ ਕਰਕੇ ਜਿਉਂ ਹੀ ਮੈਂ ਜੀਟੀ ਰੋਡ ਤੇ ਚੜਾ, ਮੇਰਾ ਐਕਸੀਡੈਂਟ ਕੀਤਾ, ਮੇਰੇ ਮੁੰਡੇ ਦੀ ਹੱਡੀ ਤੋੜ। ਮੈਂ ਬਿਸਤਰ ਤੇ ਪੈ ਗਿਆ। ਮੇਰੇ ਬੱਚੇ ਨੇ ਫਰਜ਼ ਅਦਾ ਕੀਤੇ ਜਿਹੜੇ ਬੀਵੀ ਨੂੰ ਕਰਨੇ ਚਾਹੀਦੇ ਨੇ। ਉਸ ਔਰਤ ਨੇ ਸਫਾਕਾਨਾ ਗਲਤ ਹਰਕਤ ਜਾਂਦਿਆਂ ਜਾਂਦਿਆਂ ਇਹ ਵੀ ਕਰ ਦਿੱਤੀ ਕਿ ਮੇਰੇ ਪੁੱਤਰ ਨੇ ਤੇ ਮੇਰੇ ਖਾਮੰਦ ਨੇ, ਐਕਸ ਖਾਮੰਦ ਨੇ ਮੈਨੂੰ ਕਾਲ ਕਰਕੇ ਜਾਨ ਦੀਆਂ ਧਮਕੀਆਂ ਦਿੱਤੀਆਂ ਨੇ। ਹਾਲਾਂਕਿ ਮੈਂ देख लो भाई, ਐਂ ਦੀ ਕੋਈ ਹਰਕਤ ਨਹੀਂ ਕੀਤੀ, ਨਾ ਮੇਰੇ ਬੱਚੇ ਨੇ ਕੀਤੀ ਹੈ। ਇਹ ਨਾਲ ਹੀ ਆਫਿਸ ਹੈ, ਇੱਥੇ ਉਹਨੇ ਦਰਖਾਸਤ ਦਿੱਤੀ ਹੈ। ਕੁੱਕੇ ਘਮਿਆਰੀ ਹੈ, ਉੱਥੇ ਰਹਿੰਦੀ ਹੈ, ਉਹਦੇ ਨਾਲ ਗਈ ਹੈ। ਉਹਦਾ ਉਹ ਦੋਸਤ ਸੀ, ਉਹਨੇ ਕਿਹਾ ਇਹਨੂੰ ਕਹਿ ਮੇਰੇ ਨਾਲ ਰਾਤ ਗੁਜ਼ਾਰੇ, ਮੈਂ ਤਾਂ ਕੰਮ ਕਰ ਦਾਂਗਾ। ਹਾਲਾਂਕਿ ਇੱਥੇ ਪਰਚਾ ਨਹੀਂ ਸੀ ਹੋ ਸਕਦਾ। ਤੁਹਾਡੇ ਤੇ ਪਰਚਾ ਦੇਤਾ? ਮੇਰੇ ਤੇ ਔਰ ਬੇਟੇ ਤੇ ਪਰਚਾ ਦੇ ਦਿੱਤਾ। ਏਐਸਆਈ ਨੇ ਕਿਹਾ, ਉਹਨੇ ਕਿਹਾ ਤੇਰਾ ਬੇਟਾ ਹੈ, ਮਾਸੂਮ 8ਵੀਂ ਦਾ ਸਟੂਡੈਂਟ ਹੈ, ਬੀਬੀ ਕੋ ਖੁਦਾ ਦਾ ਖੌਫ ਕਰ, ਅਕਲ ਨੂੰ ਹੱਥ ਮਾਰ। ਉਹਨੇ ਕਿਹਾ ਮੇਰੇ ਵੱਲ ਦੋਵੇਂ ਹੋਣ ਹੀ ਮਾਰ ਦਿਓ ਫੜ ਕੇ, ਇਹਨਾਂ ਦੇ ਪਰਚਾ ਦਿਓ। ਪਿਓ ਨਾਲ ਬੈਠਾ ਟੋਪੀ ਪਾ ਕੇ ਗੱਲਾਂ, ਜਿਹਨੇ ਅੱਜ ਤੱਕ ਨਹੀਂ ਮੈਨੂੰ ਬਿਠਾ ਕੇ ਪੁੱਛਿਆ ਵਜ੍ਹਾ ਕੀ ਹੈ ਕਿ ਮੇਰੀ ਧੀ ਤਲਾਕ ਲੈਂਦੀ ਹੈ। ਵੀ ਉਹ ਮੈਨੂੰ ਕੰਜਰੋਂ ਪੁੱਛਦੇ, ਤੁਹਾਨੂੰ ਮੈਂ ਦੱਸਦਾ ਇਹਨੂੰ ਲਿੱਤਰ ਮਾਰੋ, ਇਹਨੂੰ ਸਹੀ ਕਰੋ, ਜੇ ਹੋ ਸਕਦੀ ਠੀਕ ਹੈ, ਨਹੀਂ ਤੈਨੂੰ ਘਰ ਬਹਾ ਲਓ। ਮੈਂ ਛੁਪਾ ਇਸ ਵਾਸਤੇ ਨਹੀਂ ਰਿਹਾ। ਨੌਜਵਾਨ ਨਸਲ ਇਹਨਾਂ ਚੀਜ਼ਾਂ ਤੋਂ ਬਚੇ, ਆਪਣੀ ਨਸਲ ਬਚਾਓ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਜਿਹੜੀ ਕਿ ਨਹੀਂ ਮੈਨੂੰ ਕਰਨੀ ਚਾਹੀਦੀ, ਲੇਕਿਨ ਮੈਂ ਫਿਰ ਵੀ ਕਰਨੀ। ਮੇਰੀ ਬੇਟੀ 1 ਸਾਲ ਤੋਂ ਮੈਨੂੰ ਨਹੀਂ ਮਿਲਾਈ ਗਈ। 1 ਸਾਲ ਹੋ ਗਿਆ ਮੈਨੂੰ ਨਹੀਂ ਮਿਲਾਈ ਗਈ। ਮੈਂ ਨਹੀਂ ਚਾਹੁੰਦਾ ਕਿ ਮੈਂ ਬੇਟੀ ਨੂੰ ਅਦਾਲਤ ਦੇ ਵਿੱਚ ਬੁਲਾ ਕੇ ਮਿਲਾਂ। ਉਹਦੇ ਜ਼ਿਹਨ ਤੇ ਕੀ ਅਸਰ ਜਾਏਗਾ। ਮੈਂ ਨਾ ਉਹਦੇ ਮਹੱਲੇ ਦੇ ਰੀਜ਼ਨੇਬਲ ਲੋਕ ਪਾਏ, ਚੌਧਰੀ ਟਾਇਪ ਅੱਗੇ ਪਿੱਛੇ, ਕਿਸੇ ਦੀ ਗੱਲ ਨਹੀਂ ਸੁਣੀਤੀ। ਫਿਰ ਮੈਂ ਐਂਡ ਹੱਲ ਪੀਰਾਂ ਕੋਲ ਹੀ ਆਇਆ। ਮੈਂ ਕਿਹਾ ਖੁਦਾ ਵਾਸਤੇ ਵਾਲੀ ਗੱਲ, ਮੇਰੀ ਧੀ ਮੈਨੂੰ ਮਿਲਾ ਦਿਓ ਇੱਕ ਵਾਰੀ। ਯਕੀਨ ਕਰੋ ਮੈਂ ਇੰਝ ਰੋਂਦਾ ਸੀ ਪਿਆ ਜਿਵੇਂ ਬੱਚੇ ਰੋਂਦੇ ਨੇ। ਉਹਨਾਂ ਕਿਹਾ ਜਾ ਕੇ ਆਪਣੇ ਬੱਚੇ ਦੀ ਪਰਵਰਿਸ਼ ਕਰ, ਉਹ ਤੇਰਾ ਹੈਗਾ, ਧੀ ਤੇਰੀ ਨਹੀਂ ਹੈ ਕੁਝ ਵੀ। ਤੇ ਜਦੋਂ ਦੀ ਪੈਦਾ ਹੋਈ ਹੈ ਸਾਨੂੰ ਉਦੋਂ ਦਾ ਪਤਾ ਹੈ। ਲੇਕਿਨ ਫਿਰ ਵੀ ਮੇਰੀ ਇਹ ਅਪੀਲ ਹੈ, ਅਗਰ ਉਹ ਮੇਰੀ ਨਹੀਂ ਵੀ, ਮੈਂ ਉਹਨੂੰ ਫਿਰ ਵੀ ਅਪਣਾਉਣ ਵਾਸਤੇ ਤਿਆਰ ਹਾਂ, ਕਿਉਂਕਿ ਮੇਰੀ ਝੋਲੀ ਦੇ ਵਿੱਚ ਆਈ ਹੈ। ਉਹਨੂੰ ਪਤਾ ਹੈ ਮੇਰਾ ਬਾਪ ਹੈ, ਮੈਨੂੰ ਪਤਾ ਸੀ ਇਹ ਮੇਰੀ ਬੇਟੀ ਹੈ। ਉਸ ਬੱਚੀ ਦਾ ਕੋਈ ਕਸੂਰ ਨਹੀਂ। ਮੈਂ ਉਹਨੂੰ ਅੱਛਾ ਕੱਲ ਦੇਣਾ ਚਾਹੁੰਦਾ, ਉਹਦੀ ਅੱਛੀ ਤਾਲੀਮੋ ਤਰਬੀਅਤ ਕਰਨਾ ਚਾਹੁੰਦਾ, ਉਹਨੂੰ ਅੱਛੇ ਘਰ ਦਾ ਕਰਨਾ ਚਾਹੁੰਦਾ। हौसला करे, इंशाल्लाह जो होएगा अच्छा होएगा। मेरी अल्लाह हुकाम अगे गुजारिश भी है, अगर कोई मेरी वीडियो वेखदा, मैनू इंसाफ चाहिए। 376 दी मंटूआ वाला मेरा मुकदमा चल रहा सी। उस औरत ने 55 लाख रुपया लैके उत्थे अपनी इज्जत दा सौदा कर लिया। सानू उन्हें मंडी बॉल दी छड्डी नहीं रहन वास्ते। मैं थे रोड़ा से उत्ते दलील रोड़ा ਦੇ ਉੱਤੇ ਦਲੀਲ ਹੋ ਰਿਹਾ। ਮੈਂ ਸਹੀ ਕਹਿ ਰਿਹਾ ਨਾ, ਬੱਚਿਆਂ ਨੂੰ ਕੋਈ ਆਪਣੀ ਮਰਜ਼ੀ ਨਾ ਕਰਨਾ। देख लो भाई, ਕਿਸੇ ਦੀ ਇੱਜ਼ਤ ਖਰਾਬ ਨਾ ਕਰਨਾ। ਦੁਨੀਆ ਮੱਕਾ ਫਾਤੇ ਅਮਲ ਹੈ। ਕਿਸੇ ਦੀ ਇੱਜ਼ਤ ਨਾਲ ਖਲਵਾਰ ਨਾ ਕਰਨਾ। ਇਹ ਸੂਦ ਦੀ ਤਰ੍ਹਾਂ ਲੋਟ ਕੇ ਤੁਹਾਡੇ ਵੱਲ ਆਏਗਾ, ਬੇਟੀ ਦੀ ਸੂਰਤ, ਬੀਵੀ ਦੀ ਸੂਰਤ, ਭੈਣ ਦੀ ਸੂਰਤ, ਮਾਂ ਦੀ ਸੂਰਤ ਦੇ ਵਿੱਚ। ਕਿਸੇ ਨੂੰ ਆਪਣੇ ਇਤਮਾਦ ਦੇ ਵਿੱਚ ਲੈ ਕੇ ਉਹਦੇ ਇਤਮਾਦ ਨੂੰ ਠੇਸ ਨਾ ਪਹੁੰਚਾਣਾ। ਦੁਨੀਆ ਦੇ ਸਾਹਮਣੇ ਰਸਵਾ, ਮੈਂ ਰਸਵਾ ਨਹੀਂ ਹੈ, ਮੈਂ ਹਕੀਕਤ ਬਿਆਨ ਕੀਤੀ ਹੈ। ਮੈਂ ਅੱਜ ਵੀ ਸਾਫ਼ ਹਾਂ, ਮੇਰੇ ਅੱਲਾ ਨੂੰ ਪਤਾ। ਮੈਂ ਰਿਸ਼ਤਾ ਅੱਛੇ ਤਰੀਕੇ ਨਾਲ ਨਿਭਾਇਆ। ਮੈਂ ਮਰਦ ਹੋ ਕੇ ਹਜੂਮ ਦੇ ਵਿੱਚ ਮੇਰੇ ਆਂਸੂ ਨਿਕਲ ਆਏ ਨੇ, ਇੰਜ ਨਹੀਂ ਨਿਕਲੇ। ਮੇਰੇ ਨਾਲ ਜ਼ੁਲਮ ਹੋਇਆ। ਬਸ ਮੈਂ ਨਹੀਂ ਕਹਿਣਾ ਚਾਹਨਾ, ਖੁਦਾ ਵਾਸਤੇ ਆਪਣੇ ਫੈਸਲੇ ਅੱਛੇ ਕਰਨਾ ਬੇਟਾ। थैंक यू सो मच।